प्यारे किसान वीरों ते भैणों, खेती ਦੇ ਵਿੱਚ ਵਿਕਾਸ ਦੀ ਜਦੋਂ ਆਪਾਂ ਗੱਲ ਕਰਨੇ ਆ ਤੇ ਕਿਸਾਨਾਂ ਨਾਲ ਵਿਚਾਰਾਂ ਦੀ ਸਾਂਝ ਪਾਣੀ ਬੜੀ ਜ਼ਰੂਰੀ ਹੈ। ਤੇ ਜਦੋਂ ਇਹ ਵਿਚਾਰਾਂ ਦੀ ਸਾਂਝ ਦੇ ਨਾਲ ਤਕਨੀਕੀ ਕਸੌਟੀ ਨਾਲ ਰਗੜੀ ਜਾਂਦੀ ਏ, ਉਹਦਾ ਰਗੜਾ ਲੱਗਦਾ ਤੇ ਫਿਰ ਵਧੀਆ ਢੰਗ ਦੇ ਨਾਲ ਨਵੀਆਂ ਤਕਨੀਕਾਂ ਸਾਹਮਣੇ ਆਉਂਦੀਆਂ ਤੇ ਸਰਬਪੱਖੀ ਵਿਕਾਸ ਦੀ ਰਾਹ ਪੱਧਰਾ ਹੁੰਦਾ। ਸੋ ਇਹ ਗੱਲਾਂ ਜਿਹੜੀਆਂ ਉਦੋਂ ਹੀ ਸਾਬਤ ਹੋ ਸਕਦੀਆਂ ਜਦੋਂ ਅਸੀਂ ਕਿਸਾਨਾਂ ਨਾਲ ਵਿਚਾਰਾਂ ਕਰਾਂਗੇ। ਤੇ ਅੱਜ ਅਸੀਂ ਇਸੇ ਕਰਕੇ ਕਿਸਾਨਾਂ ਨਾਲ ਗੱਲਾਂ ਬਾਤਾਂ ਕਰਨ ਵਾਸਤੇ, ਮਾਹਿਰਾਂ ਨਾਲ ਵਿਚਾਰਾਂ ਕਰਨ ਵਾਸਤੇ ਇੱਥੇ ਆਏ ਹਾਂ। ਗੱਲ ਇਹ ਹੈ ਕਿ ਹੁਣ ਝੋਨੇ ਦੀ ਫਸਲ ਵੀ ਤਕਰੀਬਨ ਤਿਆਰ ਨਜ਼ਰ ਆਉਣ ਡਈ ਹੈ ਤੇ ਫਿਰ ਅਸੀਂ ਪਰਾਲੀ ਦੀ ਸੰਭਾਲ ਵੀ ਕਰਨੀ ਹੈ ਤੇ ਹਾੜੀ ਦੇ ਪ੍ਰਬੰਧ ਵੀ ਕਰਨੇ ਨੇ ਤੇ ਝੋਨੇ ਦੇ ਨਾਲ ਨਾਲ ਹੋਰ ਕਈ ਫਸਲਾਂ ਨੇ, ਹੋਰ ਕਈ ਕੰਮ ਨੇ ਜਿਹੜੇ ਸਾਡੇ ਕਿਸਾਨ ਕਰਦੇ ਨੇ। ਇਹਨਾਂ ਸਾਰਿਆਂ ਬਾਰੇ ਕਿਸਾਨਾਂ ਦੇ ਵਿਚਾਰ ਜਾਣਨੇ ਬੜੇ ਜ਼ਰੂਰੀ ਨੇ। ਸੌਣੀ ਸੀਜ਼ਨ ਦੌਰਾਨ ਸਾਡੇ ਜ਼ਿਲ੍ਹੇ ਦੇ ਵਿੱਚ ਲਗਭਗ 29,000 ਹੈਕਟੇਅਰ ਦੇ ਕਰੀਬ ਰਕਬਾ ਸਾਡਾ ਬਾਸਮਤੀ ਤੇ ਝੋਨੇ ਦੇ ਅਧੀਨ ਹੈ ਤੇ ਲਗਭਗ 7,050 ਹੈਕਟੇਅਰ ਰਕਬਾ ਮੱਕੀ ਅਧੀਨ ਹੈ। ਇਸ ਤੋਂ ਇਲਾਵਾ ਕੁਝ ਲਗਭਗ 4,000 ਹੈਕਟੇਅਰ ਰਕਬਾ ਜਿਹੜਾ ਗੰਨੇ ਅਧੀਨ ਹੈ। ਫਸਲਾਂ ਦੀ ਹਾਲਤ ਫਿਰ ਇਸ ਟਾਈਮ ਬਹੁਤ ਵਧੀਆ ਚੱਲ ਰਹੀ ਹੈ। ਸਾਡਾ ਸਰਕਾਰ ਦਾ ਜੋ ਆਬਜੈਕਟਿਵ ਹੈ ਮੇਨ ਖਾਸ ਕਰਕੇ ਸਟਬਲ ਬਰਨਿੰਗ ਤੇ ਇਸ ਟਾਈਮ ਬਹੁਤ ਕੰਮ ਚੱਲ ਰਿਹਾ ਹੈ। ਸਟਬਲ ਬਰਨਿੰਗ ਦੇ ਸਬੰਧ ਦੇ ਵਿੱਚ ਸਾਡੇ ਵੱਲੋਂ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਅਫਸਰਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ, ਜਿਹਦੇ ਦੇ ਸਟਬਲ ਬਰਨਿੰਗ ਦੇ ਨਾਲ ਸੰਬੰਧਿਤ ਸਾਡੇ ਕੋਲੋਂ ਦਾ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਉਣ ਉਪਰੰਤ ਹਰੇਕ ਜਗ੍ਹਾ ਅਨਾਉਂਸਮੈਂਟਾਂ ਕਰਾਈਆਂ ਜਾ ਰਹੀਆਂ ਹਰੇਕ ਕਿਸਾਨਾਂ ਨੂੰ ਕਿ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ। ਅੱਜ ਦਾ ਵੀ ਸਾਡਾ ਇਸ ਏਰੀਏ ਦੇ ਵਿੱਚ ਮੁੱਖ ਮਕਸਦ ਜਿਹੜਾ ਕੈਂਪ ਲਗਾਉਣ ਦਾ ਇਹੋ ਹੀ ਸੀਗਾ। ਔਰ ਸਾਰੇ ਮੈਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਜਿਵੇਂ ਆਪਾਂ ਪਿਛਲੇ 3 ਸਾਲਾਂ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਹ ਜਿਹੜੀ ਪ੍ਰਥਾ ਜਾਰੀ ਰੱਖਾਂਗੇ। ਸਾਡੇ ਕੋਲ ਮਲਚਰ ਵਗੈਰਾ ਹੈ, ਦੂਜੇ ਹੋਰ ਸ਼ਰਬ ਮਾਸਟਰ ਵੀ ਬਹੁਤ ਕੁਛ ਮਤਲਬ ਇੰਪਲੀਮੈਂਟਸ ਜੇ ਨਾ ਲਵੀਏ ਤਾਂ ਬਹੁਤ ਜ਼ਿਆਦਾ ਨੇ। ਉਹਦੇ 'ਚ ਆਪਾਂ ਜਿਹੜੇ ਮਰਜ਼ੀ ਤਰੀਕੇ ਆ ਅਸੀਂ ਪਿਛਲੇ ਸਾਲ ਦੇ ਵਿੱਚ ਵੀ ਲਗਭਗ ਜਿਹੜੀ ਮਸ਼ੀਨਰੀ ਸਪਲਾਈ ਕੀਤੀ ਹੈ ਜ਼ਿਲ੍ਹੇ ਦੇ ਕਿਸਾਨਾਂ ਨੂੰ 1.5 ਕਰੋੜ ਦੇ ਲਗਭਗ ਅਸੀਂ ਸਬਸਿਡੀ ਦਿੱਤੀ ਹੈ। ਹੁਣ ਥੋੜ੍ਹੇ ਦਿਨ ਪਿਛਲੇ ਮਾਨਯੋਗ DC ਸਾਹਿਬ ਸਰਦਾਰ ਹਰਬੀਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਮਿਤੀ 18/9/2023 ਨੂੰ ਡਰਾ ਕੱਢਿਆ ਗਿਆ। ਉਹਦੇ ਵਿੱਚ ਵੀ ਆਪਾਂ ਹਰੇਕ ਮਤਲਬ ਈਵਨ ਬੇਲਰ ਰੇਕਰ ਮਸ਼ੀਨਾਂ ਵਗੈਰਾ ਕਿਸਾਨਾਂ ਨੂੰ ਸਬਸਿਡੀ 'ਤੇ ਸਪਲਾਈ ਕਰ ਰਹੇ ਹਾਂ। ਡਰਾ ਨਿਕਲਣ ਉਪਰੰਤ ਸਾਰੇ ਕਿਸਾਨਾਂ ਦੀਆਂ ਨਾਲ ਹੀ ਮਨਜ਼ੂਰੀਆਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਕਿਸਾਨਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ 14 ਦਿਨਾਂ ਦੇ ਅੰਦਰ ਅੰਦਰ ਆਪਣੀ ਮਸ਼ੀਨਰੀ ਲੈ ਕੇ ਸਾਡੇ ਬਲਾਕਾਂ ਵਿੱਚ ਜਿਹੜੇ ਸਥਿਤ ਦਫ਼ਤਰਾਂ ਦੇ ਵਿੱਚ ਉਹਦਾ ਮਸ਼ੀਨਰੀ ਵੈਰੀਫਿਕੇਸ਼ਨ ਕਰਨ ਉਪਰੰਤ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ। ਜੋ ਸਰਕਾਰ ਔਰ ਵਿਭਾਗ ਦੀਆਂ ਸਮੇਂ ਸਮੇਂ 'ਤੇ ਜਿਹੜੀਆਂ ਸਕੀਮਾਂ ਆ ਰਹੀਆਂ ਜਿਸ ਤਰ੍ਹਾਂ ਕਿ ਸਮੈਮ ਔਰ CRM, ਹੁਣ ਜੋ CRM ਜਿਹੜੀ ਹੈਗੀ ਆ ਕਰੋਪ ਰੈਗੂਲਰ ਮੈਨੇਜਮੈਂਟ ਪਰਾਲੀ ਦੇ ਪ੍ਰਬੰਧਨ ਦੇ ਸੰਬੰਧ ਵਿੱਚ, ਉਹਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਅਸੀਂ ਜਿਹੜੀ ਆ ਇਸ ਸਾਲ ਜਿਹੜੀਆਂ ਸਾਨੂੰ ਜਿਹੜੀਆਂ ਐਗਰੀ ਮਸ਼ੀਨ ਆਪਣੇ ਪੋਰਟਲ ਦੇ ਉੱਪਰ ਜਿਹੜੀ ਹੈ agrimachinery.pb.com ਪੋਰਟਲ ਦੇ ਉੱਪਰ ਜਿਹੜੀ ਸਾਨੂੰ ਟੋਟਲ ਜਿਹੜੀਆਂ ਅਰਜ਼ੀਆਂ ਮਿਲੀਆਂ ਉਹ 345 ਅਰਜ਼ੀਆਂ ਮਿਲੀਆਂ ਸੀ, ਜਿਹਦੇ ਵਿੱਚੋਂ ਜਿਹੜੇ ਨਿੱਜੀ ਕਿਸਾਨ ਹੈਗੇ ਆ ਉਹ ਜਨਰਲ ਕੈਟਾਗਰੀ ਦੀਆਂ 279 ਤੇ ਜਿਹੜੀਆਂ SC ਕੈਟਾਗਰੀ ਦੀਆਂ ਸੀ ਉਹ ਸਾਡੀ 22 ਸੀ ਔਰ CSC ਸਾਡੇ ਜਿਹੜੇ ਸੀ ਉਹ 44 ਸੀ। ਸੋ ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਅਸੀਂ ਜਿਹੜਾ ਉਹ ਜਿਹੜੇ CRM ਦੇ ਡਰਾ ਹੈਗੇ 18 ਤਰੀਕ ਨੂੰ ਅਸੀਂ ਜਿਹੜੇ ਆ ਉਹ ਆਪਣੇ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਜਿਹੜੇ ਆ ਉਹ ਕੱਢੇ ਗਏ ਆ, ਜਿਹਦੇ ਵਿੱਚ ਅਸੀਂ ਜਿਹੜੀ ਆ ਟੋਟਲ ਜਿਹੜੀ ਮਸ਼ੀਨਰੀ ਹੈਗੀ ਆ 244 ਮਸ਼ੀਨਰੀ ਸਾਲ ਜਿਹੜੀ ਆਪਾਂ ਸੈਂਕਸ਼ਨ ਜਿਹੜੀ ਆ ਉਹ ਦਿੱਤੀ ਹੈਗੀ ਹੈ। ਸੋ ਜੇ ਇੰਜੀਨੀਅਰਿੰਗ ਸੈਕਸ਼ਨ ਦੀ ਗੱਲ ਕਰੀਏ ਤਾਂ ਸਰਕਾਰ ਔਰ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਆਪਣੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਪਰਾਲੀ ਪ੍ਰਬੰਧਨ ਨੂੰ ਲੈ ਕੇ। ਸੋ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਲਗਭਗ ਪੈਡੀ ਸਟਰਾ ਜਿਹੜਾ ਹੈਗਾ ਉਹ 1.78 ਲੱਖ ਟਨ ਦੇ ਲਗਭਗ ਹੈਗਾ, ਜਿਹਦੇ ਵਿੱਚੋਂ 83% ਜਿਹੜਾ ਹੈਗਾ ਉਹ XC2 ਐਜ਼ ਏ ਫੋਡਰ ਯੂਜ਼ ਕਰ ਲੈਂਦੇ ਕਮਿਊਨਿਟੀ ਜਿਹੜੀ ਗੁੱਜਰ ਕਮਿਊਨਿਟੀ ਹੋਣ ਦੇ ਕਾਰਨ, ਔਰ ਜਿਹੜੀ ਬਾਕੀ In-situ ਜਿਹੜੀ ਹੈਗੀ ਆ ਉਹ ਅਸੀਂ ਜਿਹੜੀ ਆ ਉਹ ਮਸ਼ੀਨ ਦੇ ਰਾਹੀਂ ਜਿਹੜੀ ਆ ਉਹ ਕਵਰ ਕਰਦੇ ਹਾਂ। ਸੋ ਜ਼ਿਆਦਾਤਰ ਜਿਹੜੇ ਕਿਸਾਨ ਸਾਡੇ ਹੈਗੇ ਆ ਇੱਧਰ
ਉਹ ਆਪਣੇ ਜਿਹੜੇ ਕੰਢੀ ਏਰੀਏ ਦੇ ਵਿੱਚ ਜਾਂ ਸਾਡੇ ਜਿਹੜੇ ਕਿਸਾਨ ਨੇ ਉਹ ਜ਼ਿਆਦਾਤਰ ਕੀ ਆ ਆਪਣੇ ਗੁੱਜਰ ਕਮਿਊਨਿਟੀ ਹੋਣ ਦੇ ਕਰਕੇ ਜਿਹੜਾ ਉਹ ਪਰਾਲੀ ਏਰੀਆ ਗੁੱਜਰ ਭਾਈਚਾਰਾ ਲੈ ਜਾਂਦਾ ਹੈ। ਔਰ ਇਸ ਸਾਲ ਦੀ ਆਪਾਂ ਜੇ ਗੱਲ ਕਰੀਏ ਜਿਹੜੀ ਮਸ਼ੀਨਰੀ ਹੈਗੀ ਆ, ਜਿਸ ਤਰ੍ਹਾਂ ਕਿ ਸੁਪਰ ਸੀਡਰ ਔਰ ਸਰਕਾਰ ਦੀਆਂ ਜੋ ਆਦੇਸ਼ ਆਏ ਨੇ ਕਿ ਸਰਫਰ ਸੀਡਰ ਬਾਰੇ ਗੱਲ ਕਰੀਏ ਤਾਂ ਸਰਫਰ ਸੀਡਰ ਦੀ ਜਿਹੜੀ ਆ ਉਹ ਇਸ ਵਾਰ ਜਿਹੜੇ ਸਾਨੂੰ ਟੀਚੇ ਦਿੱਤੇ ਗਏ ਸੀ ਉਹ ਅਸੀਂ ਜਿਹੜੇ ਆ ਪੂਰਨ ਤੌਰ 'ਤੇ ਜਿਹੜੇ ਆ ਉਹ ਟੀਚੇ ਜਿਹੜੇ ਆ ਪੂਰੇ ਕੀਤੇ ਆ। ਸੋ ਉਹਦੇ ਵਿੱਚੋਂ ਵੀ ਅਸੀਂ ਜਿਹੜੇ 149 ਜਿਹੜੇ ਲਗਭਗ ਏਰੀਆ ਮਸ਼ੀਨਾਂ ਜਿਹੜੀਆਂ ਇਸ ਵਾਰ ਉਹਨਾਂ ਨੂੰ ਅਸੀਂ ਸੰਕਸ਼ਨਾਂ ਦਿੱਤੀਆਂ। ਸੋ ਜਿਹੜਾ ਸਰਫਰ ਸੀਡਰ ਹੈਗਾ ਇਹ ਬਹੁਤ ਹੀ ਜਿਹੜਾ ਵਧੀਆ ਮਸ਼ੀਨ ਆ ਜਿਹੜੀ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ। ਇਹਦੇ ਵਿੱਚ ਇਸ ਤਰ੍ਹਾਂ ਕਿ ਜਿਹੜਾ ਛੋਟਾ ਕਿਸਾਨ ਹੈਗਾ ਵਾ ਕੋਈ 35 ਹਾਰਸ ਪਾਵਰ ਤੋਂ ਲੈ ਕੇ 45 ਹਾਰਸ ਪਾਵਰ ਤੱਕ ਜਿਹੜਾ ਟਰੈਕਟਰ ਹੈ ਉਹ ਵੀ ਇਹ ਚਲਾ ਸਕਦਾ। ਇਹ ਮਸ਼ੀਨ ਦੇ ਨਾਲ ਜਿਹੜਾ ਵਾ ਪ੍ਰਬੰਧਨ ਕਰ ਸਕਦਾ, ਕਿਉਂਕਿ ਇਹਦੇ ਨਾਲ ਜਿਹੜਾ ਮਸ਼ੀਨ ਦੇ ਪਿੱਛੇ ਜਿਹੜਾ ਕਟਰ ਲੱਗਾ ਹੋਇਆ ਤੇ ਜਿਹੜੀ ਆ ਕਿ ਕਟਰ ਦੇ ਨਾਲ ਜਿਹੜੀ ਆ ਜਿੱਦਾਂ ਜਿਹੜੀ ਕਣਕ ਦੀ ਜਿਹੜੀ ਬਿਜਾਈ ਆ ਉਹਦਾ ਜਿਹੜਾ ਜਰਮੀਨੇਸ਼ਨ ਜਿਹੜੀ ਵਧੀਆ ਹੋ ਜਾਂਦੀ ਹੈ। ਕਿਸਾਨ ਵੀਰੋ, ਆਤਮਾ ਸਕੀਮ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਜਿਹੜੀ ਆ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 60-40 ਦੇ ਸ਼ੇਅਰ ਦੇ ਅਨੁਸਾਰ ਜਿਹੜੀ ਚਲਾਈ ਜਾ ਰਹੀ ਹੈ। ਇਸ ਦੇ ਵਿੱਚ ਵੱਖਰੇ ਵੱਖਰੇ ਮੱਦ ਹੁੰਦੇ ਹਨ ਤੇ ਇਹਦੇ ਵਿੱਚ ਵੱਖਰੀ ਵੱਖਰੀ ਜਿਹੜੀ ਕਿਸਾਨਾਂ ਵਾਸਤੇ ਗਤੀਵਿਧੀਆਂ ਕੀਤੀ ਜਾਂਦੀਆਂ ਹਨ, ਉਹਨਾਂ 'ਤੇ ਮੈਂ ਥੋੜ੍ਹਾ ਜਿਹਾ ਤੁਹਾਡੇ ਵਾਸਤੇ ਚਾਨਣਾ ਪਾਵਾਂਗਾ। ਸਭ ਤੋਂ ਪਹਿਲੇ ਜੀ ਇਹਦੇ ਵਿੱਚ ਆਉਂਦਾ ਟ੍ਰੇਨਿੰਗ ਪਾਰਟ ਹੁੰਦਾ ਕਿਸਾਨ ਸਿਖਲਾਈ ਕੈਂਪ, ਜਿਹੜੇ ਕਿ ਪਿੰਡ ਪੱਧਰੀ, ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਲੈਵਲ 'ਤੇ ਕਰਵਾਏ ਜਾਂਦੇ ਹਨ। ਇਹਨਾਂ ਵਿੱਚ ਕਿਸਾਨਾਂ ਨੂੰ ਵੱਖ-ਵੱਖ ਤਕਨੀਕਾਂ ਦੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਅਤੇ ਕੋਈ ਵੀ ਜਿਹੜੀ ਨਵੀਂ ਤਕਨੀਕ ਆਉਂਦੀ ਹੈ ਉਹਨਾਂ ਨੂੰ ਕਿਸਾਨਾਂ ਤੱਕ ਉਹਨਾਂ ਨੂੰ ਅਪਣਾਉਣ ਵਾਸਤੇ ਜਿਹੜੀ ਮਦਦ ਕੀਤੀ ਜਾਂਦੀ ਹੈ। ਇਹਦੇ ਵਿੱਚ ਅਸੀਂ ਉਹਨਾਂ ਦੀ ਵਿੱਤੀ ਤੇ ਤਕਨੀਕੀ ਸਹਾਇਤਾ ਜਿਹੜੀ ਆ ਆਪਣੀ ਸਕੀਮ ਵੱਲੋਂ ਕਰਦੇ ਹਾਂ। ਇਸ ਦੇ ਵਿੱਚ ਜਿਵੇਂ ਤੁਸੀਂ ਸਾਰੇ ਜਾਣੂ ਹੋ ਕਿ ਆਪਾਂ ਜਿਹੜਾ ਜ਼ਿਲ੍ਹਾ ਪੱਧਰੀ ਇੱਕ ਸਿਖਲਾਈ ਕੈਂਪ ਹਰ ਸੀਜ਼ਨ ਹਾੜੀ ਤੇ ਸੋਹਣੀ ਦੇ ਸ਼ੁਰੂ ਹੋਣ ਤੋਂ ਪਹਿਲੇ ਲਗਾਉਂਦੇ ਆ। ਇਸ ਵਾਰੀ ਹੁਣ ਜਿਹੜਾ ਅਸੀਂ ਹਾੜੀ ਦਾ ਜਿਹੜਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਵਾ ਉਹਦਾ ਵੀ ਜਿਹੜਾ ਸਿਖਲਾਈ ਕੈਂਪ ਆ ਅਸੀਂ ਕਰਵਾਉਣ ਜਾ ਰਹੇ ਹਾਂ। ਤੇ ਉਹਦੇ ਵਿੱਚ ਕੀ ਕਰਦੇ ਹਾਂ, ਅਸੀਂ ਸਾਰੇ ਵਿਭਾਗਾਂ ਨੂੰ ਇਕੱਠਾ ਕਰਕੇ ਖੇਤੀਬਾੜੀ, ਬਾਗਬਾਨੀ, ਭਾਵੇਂ ਡੇਅਰੀ ਹੋਏ, ਭਾਵੇਂ ਪਸ਼ੂ ਪਾਲਣ ਹੋਏ, ਸਾਰੇ ਜਿਹੜੇ ਉੱਥੇ ਮਿਲ ਕੇ ਉਹ ਪ੍ਰੋਗਰਾਮ ਵਿੱਚ ਪਾਰਟ ਲੈਂਦੇ ਨੇ। ਤੇ ਕਿਸਾਨ ਵੀਰ ਤਕਰੀਬਨ 1000 ਤੋਂ ਵੱਧ ਕਿਸਾਨ ਜਿਹੜਾ ਇੱਕ ਮੇਲੇ ਦੇ ਵਿੱਚ ਭਾਗ ਲੈਂਦਾ ਵਾ। ਉਹਦੇ ਵਿੱਚ ਅਸੀਂ ਸਾਰੇ ਕਿਸਾਨ ਵੀਰਾਂ ਨਾਲ ਆਪਣੇ ਮਹਿਕਮੇ ਦੀ ਜਿਹੜੀ ਨਵੀਂ ਜਿਹੜੀ ਕੋਈ ਤਕਨੀਕਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ, ਪਲੱਸ ਕੋਈ ਨਵੀਂ ਵੈਰਾਈਟੀ ਰਿਲੀਜ਼ ਹੋਈ ਹੈ ਕਣਕ ਦੀ ਜਾਂ ਕੋਈ ਵੀ ਫਸਲ ਦੀ, ਉਹ ਉਹਨਾਂ ਤੱਕ ਜਿਹੜੀ ਪਹੁੰਚਾਈ ਜਾਂਦੀ ਹੈ। ਸੋ ਇਹ ਜਿਹੜੀਆਂ ਗੱਲਾਂ ਅੱਜ ਉੱਭਰ ਕੇ ਸਾਹਮਣੇ ਆਉਣ ਡਈਆਂ, ਬੜੀ ਖੁਸ਼ੀ ਹੋਣ ਡਈ ਏ ਔਰ ਕਿਸਾਨਾਂ ਨੇ ਆਪਣੀਆਂ ਗੱਲਾਂ ਤੇ ਕੀਤੀਆਂ, ਨਾਲ ਦੇ ਨਾਲ ਆਪਣੀਆਂ ਲੋੜਾਂ ਦਾ ਜ਼ਿਕਰ ਵੀ ਕੀਤਾ। ਅੱਜ ਜ਼ਰੂਰਤ ਏ ਕਿ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਕਿਸਾਨਾਂ ਦੀਆਂ ਲੋੜਾਂ ਜੇ ਪੂਰੀਆਂ ਹੋ ਜਾਣ ਤੇ ਮੈਨੂੰ ਲੱਗਦਾ ਹੈ ਕਿ ਵਿਕਾਸ ਦੇ ਪੈਂਡੇ ਬੜੇ ਲਾਗੇ ਹੋ ਸਕਦੇ ਨੇ, ਵਿਕਾਸ ਦੇ ਰਾਹ ਬੜੇ ਪੱਧਰੇ ਹੋ ਸਕਦੇ ਨੇ। ਜ਼ਰੂਰਤ ਏ ਕਿ ਕਿਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੀਏ ਤੇ ਜੋ ਮਾਹੌਲ ਬਣਨ ਡਿਆ, ਕਿਸਾਨ ਚਾਹੁੰਦਾ ਕਿ ਉਹ ਪਰਾਲੀ ਨੂੰ ਬਚਾਵੇ, ਕਿਸਾਨ ਚਾਹੁੰਦਾ ਕਿ ਉਹ ਖੇਤੀ 'ਚ ਵਿਭਿੰਨਤਾ ਲਿਆਵੇ। ਗੱਲ ਇਹ ਹੈ ਕਿ ਆਪਾਂ ਨੂੰ ਵੀ ਅੱਗੇ ਵਧਣਾ ਪਊ ਤਾਂ ਕਿ ਕਿਸਾਨ ਦੀ ਬਾਂਹ ਫੜੀਏ ਤੇ ਕਿਸਾਨ ਨੂੰ ਹੱਲਾਸ਼ੇਰੀ ਦਈਏ। ਕਿਸਾਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਿਸਾਨ ਜਾਗਰੂਕਤਾ ਕੈਂਪ ਵੀ ਲਗਾਉਂਦਾ ਏ। ਇਸ ਕੈਂਪ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਸਾਡੇ ਲਈ ਪ੍ਰੇਰਨਾਦਾਇਕ ਵੀ ਏ। ਪਠਾਨਕੋਟ ਦੇ ਇਸ ਇਲਾਕੇ ਵਿੱਚ ਕਿਸਾਨਾਂ ਅਤੇ ਵਿਭਾਗ ਦੇ ਤਾਲਮੇਲ ਨੇ ਤਿਲਾਂ ਦੀ ਖੇਤੀ ਨੂੰ ਵੀ ਹੱਲਾਸ਼ੇਰੀ ਦਿੱਤੀ ਏ, ਜੋ ਕਿ ਖੇਤੀ ਵਿੱਚ ਵਿਭਿੰਨਤਾ ਵਾਸਤੇ ਬੇहद ਜ਼ਰੂਰੀ ਏ। ਇਸ ਕਿਸਾਨ ਜਾਗਰੂਕਤਾ ਕੈਂਪ ਵਿੱਚ ਕਿਸਾਨਾਂ ਵੱਲੋਂ ਪਰਾਲੀ ਦੀ ਸੁਚੱਜੀ ਸੰਭਾਲ ਵਾਸਤੇ ਚੁੱਕੀ ਗਈ ਸਹੁੰ ਸਾਡੇ ਸਭ ਲਈ ਪਰਾਲੀ ਨੂੰ ਨਾ ਸਾੜਨ ਅਤੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਵੀ ਦੇ ਰਹੀ ਏ। ਜ਼ਿੰਮੇਵਾਰ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਕੁਦਰਤ ਦੇ ਤਿੰਨ ਅਨਮੋਲ ਖਜ਼ਾਨੇ ਹਵਾ, ਪਾਣੀ ਅਤੇ ਮਿੱਟੀ ਦੀ ਸਾਂਭ ਸੰਭਾਲ ਲਈ ਬਣਦਾ ਯੋਗਦਾਨ ਪਾਵਾਂਗਾ। ਭਵਿੱਖ ਵਿੱਚ ਵਾਤਾਵਰਣ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਵਾਂਗਾ ਤਾਂ ਜੋ ਆਪਣੇ ਜ਼ਿਲ੍ਹੇ ਪਠਾਨਕੋਟ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ। ਮੈਂ ਰੰਗਲਾ ਪੰਜਾਬ ਬਣਾਉਣ ਵਿੱਚ ਸਰਕਾਰ ਨੂੰ ਪੂਰਨ ਸਹਿਯੋਗ ਦੇਵਾਂਗਾ।
ਅਸੀਂ ਪਿਛਲੇ 2 ਸਾਲ ਤੋਂ ਤਿਲਾਂ ਦੀ ਖੇਤੀ ਕਰ ਰਹੇ ਹਾਂ, ਜੋ ਕਿ ਸਾਨੂੰ ਝੋਨੇ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਹੈ ਅਤੇ ਇਸ ਨੂੰ ਪਾਣੀ ਦੀ ਵੀ ਘੱਟ ਲੋੜ ਪੈਂਦੀ ਹੈ। ਖੇਤੀ ਅਫਸਰ ਹਨ, ਉਹ ਵੀ ਸਾਡੇ ਨਾਲ ਸੰਪਰਕ 'ਚ ਰਹਿੰਦੇ ਹਨ। ਉਹਨਾਂ ਨੇ ਸਾਨੂੰ ਸਮੇਂ-ਸਮੇਂ ਸਿਰ ਦੱਸਿਆ ਹੈ ਕਿ ਕਿਵੇਂ ਤਿਲਾਂ ਦੀ ਦੇਖਭਾਲ ਕਰਨੀ ਹੈ। ਉਸੇ ਹਿਸਾਬ ਨਾਲ ਅਸੀਂ ਇਹ ਖੇਤੀ ਕਰ ਰਹੇ ਹਾਂ ਔਰ ਸਾਨੂੰ ਤਿਲਾਂ ਨਾਲੋਂ ਇਹਦਾ ਕਾਫੀ ਲਾਭ ਹੋ ਰਿਹਾ ਹੈ ਜੀ। ਵਿਭਾਗ ਵੱਲੋਂ ਜੋ ਵੀ ਅਸੀਂ ਜਾਣਕਾਰੀ ਮੰਗਦੇ ਹਾਂ ਉਹ ਸਾਨੂੰ ਸਮੇਂ-ਸਮੇਂ ਸਿਰ ਦੱਸਦੇ ਰਹਿੰਦੇ ਹਨ ਜੀ। ਤਿਲਾਂ ਦੀ ਖੇਤੀ ਅਸੀਂ 2 ਸਾਲਾਂ ਤੋਂ ਕਰ ਰਹੇ ਹਾਂ। ਮੁੱਖ ਖੇਤੀਬਾੜੀ ਅਫਸਰ ਇਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਤਿਲਾਂ ਦੀ ਫਸਲ ਲਗਾਓ, ਜੋ ਕਿ ਝੋਨੇ ਦੀ ਫਸਲ ਨਾਲੋਂ ਵਧੀਆ ਹੈ। ਇਸ 'ਤੇ ਖਰਚਾ ਘੱਟ ਪੈਂਦਾ ਹੈ, ਖਾਦਾਂ ਘੱਟ ਲੱਗਦੀਆਂ ਹਨ ਅਤੇ ਪਾਣੀ ਦੀ ਵੀ ਘੱਟ ਵਰਤੋਂ ਹੁੰਦੀ ਹੈ। ਅਸੀਂ 2 ਸਾਲ ਤੋਂ ਟਰਾਈ ਕਰ ਰਹੇ ਹਾਂ ਅਤੇ ਸਾਨੂੰ ਇਹਦਾ ਵਧੀਆ ਮਿਲ ਰਿਹਾ। ਅਸੀਂ ਆਪਣੇ ਖਾਣ ਜਿੰਨਾ ਤੇਲ ਦੀ ਅਸੀਂ ਪ੍ਰਾਪਤੀ ਕਰ ਲੈਂਦੇ ਹਾਂ। ਇਹਦਾ ਮੰਡੀਕਰਨ ਜਿਹੜਾ ਆ ਬੜਾ ਵਧੀਆ ਮੰਡੀਕਰਨ ਹੋ ਜਾਂਦਾ। ਲੋਕ ਪਿੰਡਾਂ ਦੇ ਹੀ ਲੋਕ ਖਰੀਦ ਕੇ ਲੈ ਜਾਂਦੇ ਸਾਡੇ ਕੋਲੋਂ। ਖਾਦਾਂ ਇਹਨੂੰ ਜ਼ਰੂਰਤ ਨਹੀਂ ਪੈਂਦੀ, ਖਾਦਾਂ ਦੀ ਪਾਣੀ ਇਹਨੂੰ ਨਹੀਂ ਲਾਉਣਾ ਪੈਂਦਾ। ਪਾਣੀ ਤੇ ਬਰਸਾਤ ਨਾਲ ਹੀ ਹੁੰਦੀ ਹੈ। ਆਪਾਂ ਇਹਨੂੰ 15 ਜੁਲਾਈ ਨੂੰ ਆਪਾਂ ਇਹ ਬਿਜਾਈ ਕੀਤੀ ਹੈ ਤੇ ਇਹਦਾ ਜਿਹੜਾ ਲਾਸਟ ਅਕਤੂਬਰ ਦੇ ਸਾਡੇ ਜਿਹੜੀ ਫਸਲ ਜਿਹੜੀ ਹੈ ਕੱਟ ਕੇ ਸਾਡੇ ਘਰ ਆ ਜਾਣੀ ਹੈ। ਮੈਂ ਦੂਜੇ ਕਿਸਾਨਾਂ ਨੂੰ ਕਹਿੰਦਾ ਕਿ ਤੁਸੀਂ ਝੋਨੇ ਦੀ ਫਸਲਾਂ ਤੋਂ ਬਾਹਰ ਨਿਕਲੋ, ਕਿਉਂਕਿ ਜ਼ਿਆਦਾ ਡਾਇਵਰਸੀਫਿਕੇਸ਼ਨ ਦਾ ਇਹ ਵਧੀਆ ਤਰੀਕਾ ਹੈ। ਕਿਉਂਕਿ ਪਾਣੀ ਦਾ ਲੈਵਲ ਜਿਹੜਾ ਨੀਚੇ ਜਾਂਦਾ ਰਿਹਾ, ਹਰ ਸਾਲ ਨੀਚੇ ਦਰ ਹਰ ਸਾਲ ਘਟਦਾ ਜਾ ਰਿਹਾ ਤੇ ਅਸੀਂ ਇਹ ਤਿਲਾਂ ਦੀ ਖੇਤੀ ਕਰਨ ਨਾਲ ਪਾਣੀ ਨੂੰ ਬਚਾ ਸਕਦੇ ਹਾਂ। ਅਸਾਂ ਇਸ ਵਾਰ ਤਿਲਾਂ ਦੀ ਲਗਭਗ 1 ਏਕੜ ਖੇਤੀ ਕੀਤੀ। ਆਪਣੇ ਜ਼ਿਲ੍ਹੇ ਦੇ ਚੀਫ ਅਫਸਰ ਸਾਨੂੰ ਤਿਲਾਂ ਦੀ ਖੇਤੀ ਕਰਨ ਵਾਸਤੇ ਪ੍ਰੇਰਿਤ ਕੀਤਾ। ਉਹਦਾ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ। ਇਸ ਤੋਂ ਪਹਿਲਾਂ ਮੈਂ ਮੱਕੀ ਦੀ ਖੇਤੀ ਕਾਸ਼ਤ ਕਰਦਾ ਸੀ, ਜਿਹੜੀ ਲਗਭਗ 8 ਤੋਂ 10 ਏਕੜ ਦੇ ਵਿੱਚ ਕਰਦਾ ਸੀ। ਉਹਦੇ ਵਿੱਚੋਂ ਮੈਂ 1 ਕਿੱਲਾ ਜਿਹੜਾ ਇਸ ਵਾਰ 1 ਏਕੜ ਜਿਹੜਾ ਮੈਂ ਤਿਲਾਂ ਦੀ ਖੇਤੀ ਕੀਤੀ ਹੈ, ਜਿਹਦਾ ਮੈਨੂੰ ਬਹੁਤ ਵਧੀਆ ਇਸ ਵੇਲੇ ਰਿਸਪਾਂਸ ਮਿਲ ਰਿਹਾ। ਤੇ ਬਾਕੀ ਮੈਂ ਜ਼ਿਮੀਂਦਾਰਾਂ ਭਰਾਵਾਂ ਅੱਗੇ ਇਹੋ ਅਪੀਲ ਕਰਦਾ ਕਿ ਆਪਣੀ ਝੋਨੇ ਦੀ ਰਵਾਇਤੀ ਫਸਲ ਨੂੰ ਛੱਡ ਕੇ ਮੱਕੀ ਅਤੇ ਤਿਲਾਂ ਦੀ ਕਾਸ਼ਤ ਕਰੋ, ਜਿਸ ਦੇ ਨਾਲ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਸਾਡੀ ਜ਼ਮੀਨ ਦਾ ਜਿਹੜਾ ਪਾਣੀ ਦਾ ਪੱਧਰ ਵੀ ਉੱਚਾ ਆਵੇਗਾ। ਮੇਰਾ ਖੇਤੀ ਦੇ ਧੰਦੇ ਦੇ ਨਾਲ ਮੈਂ ਡੇਅਰੀ ਤੇ ਬਾਗਬਾਨੀ ਫਸਲਾਂ ਨੂੰ ਮਤਲਬ ਸਾਰੀਆਂ ਮੰਡਾਂ ਦੇ ਵਿੱਚ ਲਿਆ ਕੇ ਮੱਕੀ ਵੀ ਬੀਜਦਾ ਹਾਂ, ਦਾਲਾਂ ਦੀ ਫਸਲਾਂ ਵੀ ਬੀਜਦਾ ਹਾਂ ਤੇ ਪਿਛਲੇ 25 ਸਾਲ ਤੋਂ ਮੈਂ ਗੋਬਰ ਗੈਸ ਪਲਾਂਟ ਜਿਹੜਾ ਉਹ ਆਪਣੇ ਘਰ ਦਾ ਚਲਾਇਆ ਹੈ। ਇਸ ਵਾਰ ਸਿਰਫ ਮੈਂ 4 ਕਨਾਲ ਹੀ ਤਿਲ ਬੀਜੇ ਹਨ ਤੇ ਮੈਂ ਇਸ ਤਿਲਾਂ ਤੋਂ ਵੀ ਹੁਣ ਮੇਰਾ ਝਾੜ ਜੋ ਨਿਕਲੇਗਾ ਉਹਦੇ ਨਾਲ ਮੈਨੂੰ ਪੂਰਾ ਕਲੀਅਰ ਹੋ ਜਾਏਗਾ ਕਿ ਮੈਂ ਕਿੰਨਾ ਝਾੜ ਲਿਆ ਤੇ ਮੈਨੂੰ ਕੀ ਇਹਦੇ 'ਚ ਬੈਨੀਫਿਟ ਮਿਲਿਆ। ਮੈਂ ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਵਿਭਾਗ ਦਾ ਬਹੁਤ ਧੰਨਵਾਦੀ ਹਾਂ, ਜਿਹੜੇ ਸਾਨੂੰ ਸਮੇਂ ਸਿਰ ਹਰ ਸਹਿਯੋਗ ਦਿੰਦੇ ਹਨ ਤੇ ਜੋ ਵੀ ਸਾਨੂੰ ਸਹੂਲਤ ਦੀ ਜ਼ਰੂਰਤ ਪੈਂਦੀ ਹੈ ਤੇ ਅਸੀਂ ਇਹਨਾਂ ਨਾਲ ਸਲਾਹ ਲੈ ਕੇ ਤੇ ਆਪਣਾ ਖੇਤੀ ਦਾ ਧੰਦਾ ਜਿਹੜਾ ਹੈ ਇਹਨੂੰ ਨਾਲ ਲੱਗਦੇ ਚਲਾਇਆ। ਮੈਂ ਡੇਅਰੀ ਦਾ ਕੰਮ ਵੀ ਇਹਦੇ ਨਾਲ ਆਪਣਾ ਛੋਟਾ ਜਿਹਾ ਰੱਖਿਆ ਹੋਇਆ ਹੈ ਤੇ ਮੈਂ ਬਿਲਕੁਲ ਖੁਸ਼ ਨਸੀਬ ਕਿਸਾਨ ਹਾਂ ਤੇ ਆਪਣੇ ਆਉਣ ਵਾਲੀ ਨਸਲਾਂ ਨੂੰ ਵੀ ਇਹੀ ਗੱਲ ਕਹਿਣਾ ਹਾਂ ਕਿ ਕਿਸਾਨੀ ਦੇ ਨਾਲ ਛੋਟੇ ਧੰਦੇ ਜਿਹੜੇ ਹੈ ਇਹਨਾਂ ਨੂੰ ਜ਼ਰੂਰ ਅਪਣਾਓ। ਘਰੇਲੂ ਸਬਜ਼ੀਆਂ ਸਾਰੇ ਧੰਦੇ ਜਿਹੜੇ ਨਾਲ ਲੱਗਦੇ ਹੈ ਇਹਨਾਂ ਦੇ ਨਾਲ ਸਹਿਯੋਗ ਦਿਓ। ਮੈਂ ਇੱਕ ਕਿਸਾਨ ਹਾਂ, ਇੱਕ ਤਿਲਾਂ ਦੀ ਵੀ ਖੇਤੀ ਕਰਦਾ ਹਾਂ ਤੇ ਮੈਂ ਸਿਰਫ ਇੱਕ ਬਾਸਮਤੀ ਦੀ ਬੀਜਦਾ 2 ਕਿੱਲੇ ਹਰ ਸਾਲ। ਪੰਜਾਬ ਨੰਬਰ 7 ਨਵਾਂ ਬੀਜ ਆਇਆ ਸੀ, 2 ਸਾਲ ਤੋਂ ਮੈਂ ਇਹੋ ਹੀ ਬੀਜਦਾ ਪਿਆ। ਉਸ ਤੋਂ ਇਲਾਵਾ ਮੈਂ ਗੰਨਾ ਬੀਜਦਾ ਆਰਗੈਨਿਕ ਢੰਗ ਨਾਲ, ਉਹਦਾ ਗੁੜ ਵੀ ਕੱਢਦਾ ਹਾਂ ਤੇ ਗੁੜ ਵੀ ਵੇਚਦਾ ਹਾਂ। ਘਰ ਹੀ ਗੁੜ ਕੱਢ ਕੇ ਤੇ ਘਰ ਹੀ ਵੇਚਦਾ ਹਾਂ। ਬਾਕੀ ਸਬਜ਼ੀ ਦਾ ਕੰਮ ਕਰਦਾ ਹਾਂ। ਮੈਂ 1 ਕਿੱਲਾ ਲੌਕੀ ਲਗਾਈ ਸੀ, 1 ਕਿੱਲਾ ਕਰੇਲਾ ਲਾਇਆ ਸੀ ਮੈਂ, ਉਹ ਵੇਚਿਆ। ਉਸ ਤੋਂ ਬਾਅਦ ਪਹਿਲਾਂ ਮੈਂ ਟਮਾਟਰ ਲਾਇਆ ਸੀ, ਬੇਲ ਵਾਲਾ ਵੀ ਲਗਾਇਆ ਸੀ ਤੇ ਨੀਚੇ ਵਾਲਾ ਵੀ ਲਗਾਇਆ ਸੀ। ਚਲੋ ਮੈਨੂੰ ਚੰਗਾ ਭਾਅ ਮਿਲਿਆ। ਮੱਕੀ ਦਾ ਆਟਾ ਵੀ ਵੇਚ ਲੈਣਾ ਮੈਂ, ਆਪਣੀ ਮੱਕੀ ਦੇਸੀ ਮੱਕੀ ਬੀਜੀ ਦੀ, ਉਹਦਾ ਆਟਾ ਵੇਚ ਲਈਦਾ। ਮੈਂ ਪਿਛਲੇ 10 ਸਾਲਾਂ ਤੋਂ ਮੱਕੀ ਦੀ ਬਿਜਾਈ ਲਗਾਤਾਰ ਕਰ ਰਿਹਾ ਕਿਉਂਕਿ ਝੋਨੇ ਦੇ ਵਿੱਚ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਕਾਰਨ ਮੈਨੂੰ ਮੱਕੀ ਦੀ ਬਿਜਾਈ ਕਰਨੀ ਆਸਾਨ ਲੱਗਦੀ ਹੈ। ਇਸ ਵਿੱਚ ਖਰਚਾ ਬਹੁਤ ਘੱਟ ਹੁੰਦਾ ਹੈ, ਝੋਨੇ ਦੇ ਮੁਕਾਬਲੇ ਬਚਤ ਜ਼ਿਆਦਾ ਹੁੰਦੀ ਹੈ ਤੇ ਲੇਬਰ ਵੀ ਘੱਟ ਪੈਂਦੀ ਹੈ। ਜੁਲਾਈ ਮਹੀਨੇ ਦੇ ਅੱਧ ਵਿਚਕਾਰ ਜਾ ਕੇ ਇਸ ਦੀ ਬਿਜਾਈ ਕੀਤੀ ਜਾਂਦੀ ਹੈ ਤੇ ਸਤੰਬਰ ਮਹੀਨੇ ਦੇ ਲਾਸਟ ਤੱਕ ਇਸ ਦੀ ਫਸਲ ਪੱਕ ਜਾਂਦੀ ਹੈ। ਉਸ ਦੇ ਬਾਅਦ ਇਸ ਦਾ ਮੰਡੀਕਰਨ ਕਰਨਾ ਵੀ ਬਹੁਤ ਆਸਾਨ ਹੈ। ਸੋ ਸਾਡੇ ਤਕਨੀਕੀ ਮਾਹਿਰ ਵੀ ਜਿਹੜੇ ਨੇ ਉਹ ਹਰ ਪੱਖੋਂ ਤਿਆਰ ਜਾਪਦੇ ਹੈ। ਇਹ ਤਕਨੀਕੀ ਮਾਹਿਰਾਂ ਨੇ ਬੜੀਆਂ ਵਿਚਾਰਾਂ ਸਾਂਝੀਆਂ ਕੀਤੀਆਂ, ਕਿਸਾਨਾਂ ਦੀਆਂ ਜ਼ਰੂਰਤਾਂ ਬਾਰੇ, ਤਕਨੀਕੀ ਲੋੜਾਂ ਬਾਰੇ ਜਵਾਬ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਨਾਲ ਦੇ ਨਾਲ ਸਹੂਲਤਾਂ ਦਾ ਜ਼ਿਕਰ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਗੱਲ ਇਹ ਹੈ ਕਿ ਸਾਰਾ ਕੁਝ ਤਦ ਹੀ ਸੰਭਵ ਹੋ ਸਕਦਾ ਹੈ ਜੇ ਵਿਚਾਰਾਂ ਦੀ ਸਾਂਝ ਪਵੇ। ਇਕੱਠੇ ਮਿਲਾਂਗੇ, ਬੈਠਾਂਗੇ ਤੇ ਫਿਰ ਇਹ ਗੱਲਬਾਤ ਤੁਰੇਗੀ ਤੇ ਗੱਲਬਾਤ ਜਦੋਂ ਤੁਰੇਗੀ ਤੇ ਕਿਤੇ ਨਾ ਕਿਤੇ ਜਾ ਕੇ ਪੁੱਜੇਗੀ ਤੇ ਵਿਕਾਸ ਦਾ ਰਾਹ ਹੋਰ ਪੱਧਰਾ ਹੋਏਗਾ।
ਮੈਂ ਪ੍ਰਿਆ ਪੀਐਮ ਕਿਸਾਨ ਰਿਲੇਟਡ ਸਕੀਮ ਤਹਿਤ ਹਾਂ। ਇਹ ਜਿਹੜੀ ਸਕੀਮ ਹੈ 2019 ਤੋਂ ਪਹਿਲੇ ਚੱਲਦੀ ਆ ਰਹੀ ਹੈ। ਇਹਦੇ ਵਿੱਚ ਉਹ ਫਾਰਮਰ ਨੇ ਜਿਹੜੇ ਜਿਨ੍ਹਾਂ ਦੀ ਵਾਹੇਯੋਗ ਜ਼ਮੀਨ ਹੈ ਉਹਨਾਂ ਨੂੰ ਸਰਕਾਰ ਵੱਲੋਂ ਜਿਹੜੀ ਹੈ ਆਪਣਾ 6000 ਰੁਪਇਆ ਸਾਲ ਦਾ ਮਿਲਦਾ ਹੈ 3 ਕਿਸ਼ਤਾਂ ਵਿੱਚ। ਇਹਦੇ 'ਚ ਫਾਰਮਰ ਹੈ ਜਿਹੜੇ ਉਹ ਆਪਣਾ ਇਹਦਾ ਲਾਭ ਲੈ ਸਕਦੇ ਨੇ। ਉਹਦੇ ਵਿੱਚ ਫਾਰਮਰ ਨੂੰ ਕੀ ਕਰਨਾ ਪੈਂਦਾ ਹੈ, ਪਹਿਲੇ ਉਹਨਾਂ ਨੂੰ ਆਪਣੀ ਜਿਹੜੀ ਸਕੀਮ ਹੈ ਉਹਦੇ ਲਈ ਆਪਣਾ CSC ਸੈਂਟਰ 'ਚ ਅਪਲਾਈ ਕਰਾਉਣਾ ਪੈਂਦਾ ਹੈ। ਉਹਨਾਂ ਨੂੰ ਆਪਣੇ ਫਾਰਮ ਫਿਲ ਕਰਵਾ ਕੇ ਜਿਹੜੀ ਆਪਣੀ ਜ਼ਮੀਨੀ ਫਰਦ ਹੈ ਉਹ ਅਪਲੋਡ ਕਰਵਾਉਣੀ ਪੈਂਦੀ ਹੈ। ਜਦੋਂ ਉਹਨਾਂ ਦੀ ਜ਼ਮੀਨ ਅਪਲੋਡ ਹੁੰਦੀ ਹੈ ਤਾਂ ਉਹ ਜਿਹੜਾ ਕੇਸ ਹੈ ਆਪਣਾ ਬਲਾਕ ਲੈਵਲ ਦੇ ਦਫ਼ਤਰ 'ਚ ਆਂਦਾ ਹੈ। ਬਲਾਕ ਲੈਵਲ ਤੋਂ ਉਹਨਾਂ ਨੂੰ ਫਾਈਲ ਸਬਮਿਟ ਕਰਵਾ ਕੇ ਇਹ ਕੇਸ ਅੱਗੇ ਫਾਰਵਰਡ ਡਿਸਟ੍ਰਿਕਟ ਲੈਵਲ ਨੂੰ ਹੋ ਜਾਂਦਾ ਹੈ। ਡਿਸਟ੍ਰਿਕਟ ਲੈਵਲ ਤੋਂ ਵੈਰੀਫਾਈ ਕਰਕੇ ਕੇਸ ਨੂੰ ਸਟੇਟ ਲੈਵਲ ਤੇ ਭੇਜਿਆ ਜਾਂਦਾ ਹੈ ਤੇ ਇਹ ਸਕੀਮ ਦਾ ਲਾਭ ਫਾਰਮਰ ਲੈ ਸਕਦੇ ਨੇ। ਜੋ ਫਾਰਮਰ ਪਹਿਲੇ ਲਾਭ ਲੈ ਰਹੇ ਨੇ ਉਹਨਾਂ ਨੂੰ 3 ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਤਾਂ ਜਿਹੜਾ ਫਾਰਮਰ ਦਾ ਇਸ਼ੂ ਆ ਰਿਹਾ ਲੈਂਡ ਸੀਡਿੰਗ ਦਾ। ਜਿਹੜੀ ਲੈਂਡ ਸੀਡਿੰਗ ਹੈ ਕਿ ਫਾਰਮਰਸ ਨੇ ਜਦੋਂ 2019 ਚ ਪਹਿਲੇ ਫਾਰਮ ਫਿਲ ਕੀਤੇ ਸੀ ਉਹਦੇ 'ਚ ਫਾਰਮਰ ਹੈ ਜਿਹੜੇ ਉਹਨਾਂ ਨੇ ਆਪਣਾ ਜਿਹੜਾ ਹੈ ਲੈਂਡ ਰਿਕਾਰਡ ਅਪਡੇਟ ਨਹੀਂ ਕੀਤਾ ਸੀ, ਜਿਸ ਵਜ੍ਹਾ ਨਾਲ ਫਾਰਮਰ ਨੂੰ ਜਿਹੜੀ ਕਿਸ਼ਤ ਦਾ ਲਾਭ ਨਹੀਂ ਮਿਲਿਆ। ਹੁਣ ਫਾਰਮਰ ਨੂੰ ਜਿਹੜੀ ਗਾਈਡਲਾਈਨਸ ਦੇ ਮੁਤਾਬਿਕ ਉਹਨਾਂ ਦੀ ਜਿਹੜੀ ਲੈਂਡ ਆ ਉਹ ਵੈਰੀਫਾਈ ਕਰਵਾਈ ਜਾਂਦੀ ਹੈ ASM ਦੇ ਥਰੂ। ਉਹਨਾਂ ਨੂੰ ਫਿਰ ਇਸ ਕਿਸ਼ਤਾਂ ਦਾ ਲਾਭ ਮਿਲਦਾ ਹੈ। ਇੱਕ ਦੂਸਰੀ ਜਿਹੜੀ ਹੈ ਫਾਰਮਰ ਦੀ ਜਿਹੜੀ ਲੈਂਡ ਸੀਡਿੰਗ ਦਾ ਕੰਪਲੀਟ ਹੋਣ ਤੋਂ ਬਾਅਦ EKYC ਉਹਨਾਂ ਦੀ ਬਾਇਓਮੈਟ੍ਰਿਕ ਹੁੰਦੀ ਹੈ। ਬਾਇਓਮੈਟ੍ਰਿਕ ਲਈ ਇੱਕ ਫੋਨ ਐਪ ਲਾਂਚ ਕੀਤੀ ਗਈ ਹੈ ਜਿਹਦੇ 'ਚ ਫਾਰਮਰ ਆਪਣੀ ਇੱਕ ਫੋਨ ਦੇ ਉੱਤੋਂ 100 ਫਾਰਮਰਸ ਦੀ ਜਿਹੜੀ ਆ ਆਪਾਂ EKYC ਕਰ ਸਕਦੇ ਆ। ਤੀਸਰੀ ਜਿਹੜੀ ਫਾਰਮਰ ਦੀ ਹੈ ਉਹਦਾ ਬੈਂਕ ਜਿਹੜੀ ਓਬਜੈਕਸ਼ਨ ਹੈ PFM ਰਿਸਪੌਂਸ ਹੈ ਨਾ ਜਿਹੜਾ ਫਾਰਮਰ ਦਾ ਉਹ ਕਲੀਅਰ ਹੋਣਾ ਚਾਹੀਦਾ ਹੈ। ਫਾਰਮਰ ਦਾ ਜਿਹੜਾ ਡਾਟਾ ਹੈ ਉਹਦੇ ਵਿੱਚ ਉਹਨਾਂ ਦਾ ਆਧਾਰ ਕਾਰਡ, ਉਹਨਾਂ ਦਾ ਮੋਬਾਈਲ, ਉਹਨਾਂ ਦਾ ਜਿਹੜਾ ਪੋਰਟਲ ਦਾ ਨਾਮ ਹੈ ਉਹ ਅਪਡੇਟ ਹੋਣਾ ਚਾਹੀਦਾ ਹੈ। ਇਹ ਤਿੰਨਾਂ ਕਿਸਮਾਂ ਕੰਪਲੀਟ ਹੋਣ ਦੇ ਬਾਵਜੂਦ ਜਿਹੜੇ ਫਾਰਮਰ ਹੈ ਇਸ ਟਾਈਮ 14ਵੀਂ ਕਿਸ਼ਤ ਲਾਂਚ ਹੋ ਚੁੱਕੀ ਹੈ। ਜੇਕਰ ਕੋਈ ਫਾਰਮਰ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਉਸ ਜ਼ਿਲ੍ਹਾ ਪਠਾਨਕੋਟ ਦੇ ਮੁੱਖ ਖੇਤੀਬਾੜੀ ਦਫ਼ਤਰ 'ਚ ਆ ਕੇ ਆਪਣੀ ਪ੍ਰੋਬਲਮ ਨੂੰ ਦੱਸ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਸਾਡੇ ਸੈਲਫ ਹੈਲਪ ਗਰੁੱਪ ਜਿਹੜੇ ਸਾਡੇ ਗਰੁੱਪ ਚਲਾਏ ਜਾ ਰਹੇ ਨੇ ਜ਼ਿਲ੍ਹੇ ਵਿੱਚ ਤੇ ਪੂਰੇ ਪੰਜਾਬ ਪੱਧਰ ਤੇ, ਉਹਨਾਂ ਨੂੰ ਇਹਦੇ ਵਿੱਚ ਖੁੱਲ੍ਹਾ ਸੱਦਾ ਹੁੰਦਾ ਵਾ ਕਿ ਉਹ ਇਹਦੇ ਆ ਕੇ ਫ੍ਰੀ ਵਿੱਚ ਆਪਣੇ ਇੱਕ ਸਟਾਲ ਲਗਾਉਣ ਤੇ ਆਪਣਾ ਜਿਹੜਾ ਵਾ ਖੁਦ ਦੇ ਜਿਹੜੇ ਪਦਾਰਥ ਬਣਾਏ ਆ ਖੇਤੀ ਪਦਾਰਥ, ਅਚਾਰ, ਮੁਰੱਬੇ, ਜੋ ਵੀ ਮਸਾਲੇ ਤਿਆਰ ਕਰਦੇ ਨੇ ਉਹਨਾਂ ਦਾ ਜਿਹੜਾ ਮੰਡੀਕਰਨ ਆਪਣੇ ਲੈਵਲ ਤੇ ਕਰ ਸਕਦੇ ਆ। ਤੇ ਇਹ ਸਾਡੇ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਜਾਂਦਾ ਵਾ ਜਿਹਦੇ ਨਾਲ ਜਿਹੜਾ ਕਿਸਾਨਾਂ ਦੀ ਜਿਹੜਾ ਵਿੱਤੀ ਪੱਧਰ ਚੁੱਕਣ ਵਿੱਚ ਸਾਡੇ ਵੱਲੋਂ ਥੋੜ੍ਹੇ ਜਿਹੇ ਐਫਰਟਸ ਕੀਤੀ ਜਾਂਦੀਆਂ ਨੇ। ਇਸ ਤੋਂ ਇਲਾਵਾ ਸਾਡਾ ਹੁੰਦਾ ਜੀ ਪ੍ਰਦਰਸ਼ਨੀ ਪਲਾਟਾਂ ਦਾ ਇੱਕ ਮੱਦ। ਉਹਦੇ ਵਿੱਚ ਪ੍ਰਦਰਸ਼ਨੀ ਪਲਾਟਾਂ ਵਿੱਚ ਇਹ ਹੁੰਦਾ ਕਿ ਜਿਹੜੇ ਡੈਮੋ ਪਲਾਟ ਆ, ਕੋਈ ਨਵੀਂ ਫਸਲ ਦੀ ਕੋਈ ਨਵੀਂ ਵੈਰਾਈਟੀ ਆਈ ਹੈ ਉਹ ਅਸੀਂ ਖੇਤਾਂ ਤੱਕ ਪਹੁੰਚਾਉਣ ਲਈ ਕਿਸਾਨਾਂ ਨੂੰ ਡੈਮੋ ਪਲਾਟ ਜਿਹੜੇ ਆ ਉਹ ਲਗਵਾਉਂਦੇ ਆ। ਉਹਦੇ ਵਿੱਚ ਅਸੀਂ ਜਿਹੜੀ ਇੱਕ ਵਿੱਤੀ ਸਹਾਇਤਾ ਤੇ ਤਕਨੀਕੀ ਸਹਾਇਤਾ ਜਿਹੜੀ ਆ ਆਤਮਾ ਸਕੀਮ ਅਧੀਨ ਕਰਦੇ ਆ। ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਸਾਰੇ ਜਿਹੜੇ ਸਾਡੇ ਆਤਮਾ ਸਕੀਮ ਨਾਲ ਜੁੜ ਕੇ ਤੇ ਜਿਹੜੇ ਸਾਡੀ ਜੋ ਵੀ ਅਸੀਂ ਲਾਭ ਦਿੰਦੇ ਆ ਸਕੀਮ ਦੇ ਵਿੱਚ ਉਹਦਾ ਜ਼ਰੂਰ ਲਾਇਆ ਲਿਆ ਕਰੋ। ਇਸੇ ਤਰ੍ਹਾਂ ਮੈਂ ਆਪਣੇ ਜਿਹੜੇ ਕਿਸਾਨ ਹੈਗੇ ਨੇ ਸਾਡੇ ਜ਼ਿਲ੍ਹਾ ਪਠਾਨਕੋਟ ਦੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਸਰਕਾਰ ਦੀਆਂ ਜਿਹੜੇ ਸਮੇਂ ਤੇ ਆ ਰਹੀਆਂ ਜਿਹੜੀਆਂ ਸਕੀਮਸ ਹੈਗੀਆਂ, ਚਾਹੇ ਉਹ ਇੰਜੀਨੀਅਰਿੰਗ ਵਿੰਗ ਦੇ ਨਾਲ ਚਾਹੇ ਕੋਈ ਵੀ ਹੈ, ਉਹਨਾਂ ਦਾ ਜਿਹੜਾ ਲਾਹਾ ਲਿਆ ਜਾਏ। ਔਰ ਇਸ ਵਾਰ ਜਿਹੜਾ ਕਿਸਾਨ ਆਪਣੀ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਉਹ ਕਿਸਾਨ ਦੇ ਹਿੱਤ 'ਚ ਇਹ ਕੀਤਾ ਕਿ ਸਭ ਤੋਂ ਜਿਹੜਾ ਵਧੀਆ ਕੰਮ ਕੀਤਾ ਜੀ ਉਹ ਇਹ ਕੀਤਾ ਕਿ ਸਾਰੀਆਂ ਹੀ ਅਰਜ਼ੀਆਂ ਜਿਹੜੀਆਂ ਵਾ ਉਹ ਔਨਲਾਈਨ ਹੀ ਲਈਆਂ ਜਾ ਰਹੀਆਂ agrimachinerypb.com ਪੋਰਟਲ ਦੇ ਉੱਪਰ, ਕਿ ਕਿਸਾਨ ਨੂੰ ਕਿਤੇ ਵੀ ਜਿਹੜਾ ਖੱਜਲ ਖੁਆਰ ਨਾ ਹੋਣਾ ਪਏ ਆਫਲਾਈਨ ਅਰਜ਼ੀ ਦੇਣ ਦੇ ਵਿੱਚ। ਸੋ ਸਾਰੀਆਂ ਹੀ ਅਰਜ਼ੀਆਂ ਜਿਹੜੀਆਂ agrimachinerypb.com ਪੋਰਟਲ ਦੇ ਉੱਪਰ ਜਿਹੜੀਆਂ ਉਹ ਲਈਆਂ ਜਾਂਦੀਆਂ ਤੇ ਇਸ ਕਰਕੇ ਇਹ ਜਿਹੜੀ ਐਗਰੀਮਸ਼ੀਨਰੀ ਪੋਰਟਲ ਦੇ ਉੱਪਰ ਜਿਹੜੀਆਂ ਅਰਜ਼ੀਆਂ ਲੈਣ ਦੇ ਨਾਲ ਹੀ ਕਿਸਾਨ ਨੂੰ ਜਿਹੜਾ ਖੱਜਲ ਖਰਾਬ ਨਹੀਂ ਹੋਣਾ ਪੈਂਦਾ। ਸੋ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿੰਨੀਆਂ ਵੀ ਜਿਹੜੀਆਂ ਸਰਕਾਰ ਵਿਭਾਗ ਦੀਆਂ ਸਕੀਮਾਂ ਚੱਲ ਰਹੀਆਂ ਉਹਨਾਂ ਦਾ ਲਾਹਾ ਲਿਆ ਜਾਏ। ਝੋਨੇ ਦੀ ਇਸ ਟਾਈਮ ਜੀ ਜਿਹੜੀ ਫਸਲ ਦੀ ਸਥਿਤੀ ਹੈ ਬਿਲਕੁਲ ਬਿਮਾਰੀ ਰਹਿਤ ਹੈ। ਹਰੇਕ ਮਤਲਬ ਸੋਹਣੀ ਦੀ ਕਿਸੇ ਵੀ ਫਸਲ 'ਚ, ਚਾਹੇ ਉਹ ਝੋਨਾ ਹੈ, ਚਾਹੇ ਮੱਕੀ ਹੈ, ਚਾਹੇ ਗੰਨਾ ਹੈ, ਇਸ ਟਾਈਮ ਬੇਸ਼ੱਕ ਸਾਡਾ ਇਲਾਕਾ ਖਾਸ ਕਰਕੇ ਮੀਰਥਲ ਔਰ ਬਮਿਆਲ ਹੜ੍ਹਾਂ ਦੀ ਮਾਰ ਵਿੱਚ ਵੀ ਰਿਹਾ, ਪਰ ਉਹਦੇ ਬਾਵਜੂਦ ਵੀ ਫਸਲਾਂ ਦੀ ਸਥਿਤੀ ਜਿਹੜੀ ਬਹੁਤ ਵਧੀਆ ਹੈ। ਮੇਰੀ ਸਮੂਹ ਪੰਜਾਬ ਦੇ ਕਿਸਾਨਾਂ ਨੂੰ, ਖਾਸ ਕਰਕੇ ਆਪਣੇ ਜ਼ਿਲ੍ਹੇ ਦੇ ਵੀ ਕਿਸਾਨਾਂ ਨੂੰ ਇਹੋ ਹੀ ਬੇਨਤੀ ਹੈ ਵੀ ਸਾਡੇ ਜ਼ਿਲ੍ਹਾ ਪੱਧਰ 'ਤੇ ਮੈਂ ਬਤੌਰ ਮੁੱਖ ਖੇਤੀਬਾੜੀ ਅਫਸਰ ਸੇਵਾਵਾਂ ਨਿਭਾ ਰਿਹਾ। ਸਾਡੇ ਬਾਹਰ ਫੋਕਲ ਪੁਆਇੰਟ ਪੱਧਰ 'ਤੇ ਵੀ ਦਫ਼ਤਰ ਹਨ ਸਾਰੇ ਪੰਜਾਬ 'ਚ। ਇੱਦਾਂ ਹੀ ਸਾਰਾ ਸਿਨੈਰੀਓ ਬਣਿਆ ਹੋਇਆ ਹੈ। ਬਲਾਕ ਪੱਧਰ 'ਤੇ ਵੀ ਦਫ਼ਤਰ ਹਨ। ਸਾਡਾ ਮਹਿਕਮਾ ਲਗਭਗ ਕਿਸਾਨਾਂ ਦੀ ਸੇਵਾਵਾਂ ਵਿੱਚ ਹਾਜ਼ਰ ਹੈ, ਪਰ ਜੇਕਰ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਹੋਵੇ ਤਾਂ ਆਪਣੇ ਨੇੜੇ ਪਿੰਡ ਦੇ ਨੇੜੇ ਪੈਂਦੇ ਜਿਹੜੇ ਵੀ ਦਫ਼ਤਰ ਹੈ ਉਹਦੇ ਵਿੱਚ ਸੰਪਰਕ ਕਰ ਲਿਆ ਜਾਵੇ।
ਸੋ ਕਿਸਾਨ ਵੀਰੋ ਤੇ ਭੈਣੋ, ਕਿਸਾਨਾਂ ਦੀਆਂ ਵਿਚਾਰਾਂ ਸੁਣੀਆਂ, ਤਕਨੀਕੀ ਮਾਹਿਰਾਂ ਦੇ ਤਕਨੀਕੀ ਗਿਆਨ ਦੇ ਨੁਕਤੇ ਸੁਣੇ। ਗੱਲ ਇਹ ਹੈ ਕਿ ਆਪਾਂ ਇਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਹੈ, ਆਪਾਂ ਖੇਤੀ ਦਾ ਵਿਕਾਸ ਪੱਧਰਾ ਕਰਨਾ ਹੈ, ਆਪਾਂ ਆਪਣੇ ਵੱਲੋਂ ਵਾਹ ਪੂਰੀ ਲਾਣੀ ਹੈ, ਵਾਤਾਵਰਨ ਨੂੰ ਬਚਾਉਣਾ ਹੈ, ਧਰਤੀ ਹੇਠਲਾ ਪਾਣੀ ਬਚਾਉਣਾ ਹੈ, ਤੇ ਗੱਲ ਇਹ ਹੈ ਕਿ ਖੇਤੀ ਖਰਚੇ ਬਚਾਉਣੇ ਹੈ, ਖੇਤੀ ਨੂੰ ਲਾਹੇਵੰਦਾ ਬਣਾਉਣਾ ਹੈ। ਸੋ ਇਜਾਜ਼ਤ ਦਿਓ, ਲੋੜ ਹੈ ਕਿ ਆਪਾਂ ਅੱਗੇ ਵਧੀਏ ਔਰ ਖੇਤੀ ਨੂੰ ਨਵੀਂ ਦਿਸ਼ਾ ਦਈਏ। ਬਹੁਤ ਬਹੁਤ ਮਿਹਰਬਾਨੀ ਜੀ। खुशहाल किसान है, लोग हैं आश्वस्त, शुद्ध हवा अन्न है और शुद्ध है पर्यावरण। विश्व गुरु बनने का मार्ग अब है प्रशस्त। हर साल फसल के अवशेष जलने से राजधानी क्षेत्र दिल्ली में गंभीर वायु प्रदूषण तो होता ही है, मिट्टी का नुकसान और कई स्वास्थ्य समस्याएं पैदा होती हैं। पंजाब, हरियाणा, उत्तर प्रदेश में सबसे ज्यादा फसल अवशेष जलाए जाते हैं। इन समस्याओं को ध्यान में रखते हुए और लोगों को प्रदूषण से बचाने के लिए माननीय प्रधानमंत्री श्री नरेंद्र मोदी जी के मार्गदर्शन में कृषि एवं किसान कल्याण मंत्रालय भारत सरकार ने इस दिशा में बड़े कदम उठाए हैं। इनमें से एक है फसल अवशेष प्रबंधन योजना। पराली काटने से लेकर उसके निस्तारण के लिए जो नई व्यवस्था बन रही है, नई मशीनें आ रही हैं, ट्रांसपोर्टेशन के लिए नई सुविधा बन रही है, जो ये नए जैविक ईंधन प्लांट लग रहे हैं, इन सब से गांवों में रोजगार के नए अवसर पैदा होंगे। फसल अवशेष प्रबंधन योजना का उद्देश्य पर्यावरण को वायु प्रदूषण से बचाना है और फसल अवशेषों को जलाने से होने वाले पोषक तत्वों और मिट्टी के सूक्ष्म जीवों के नुकसान को रोकना है। इस योजना के तहत किसानों को सुपर स्ट्रॉ मैनेजमेंट सिस्टम, हैप्पी सीडर, सुपर सीडर, स्मार्ट सीडर, जीरो टिल सीड कम फर्टिलाइजर ड्रिल, मल्चर, पैडी स्ट्रॉ चॉपर व अन्य मशीनें उपलब्ध कराई जा रही हैं। इनके प्रयोग से कृषि सिर्फ आसान ही नहीं हो रही है, बल्कि किसान के स्वास्थ्य और आमदनी पर भी सकारात्मक असर पड़ रहा है। फसल अवशेषों का उपयोग पेपर बनाने, मशरूम उत्पादन, कंपोस्ट बनाने और ईंधन के रूप में भी होता है। धान की पराली के कुशल बाह्य स्थिति प्रबंधन को सक्षम करने के उद्देश्य से लाभार्थी या एग्रीगेटर, जिसमें किसान, ग्रामीण उद्यमी, किसानों की सहकारी समितियां, किसान उत्पादक संगठन, एफपीओ और पंचायतें शामिल हैं और धान की पराली का उपयोग करने वाले उद्योगों के द्विपक्षीय समझौते के तहत धान की पराली की आपूर्ति श्रृंखला के लिए तकनीकी वाणिज्यिक प्रायोगिक परियोजनाएं स्थापित करने के प्रावधान किए गए हैं। सरकार द्वारा परियोजना प्रस्ताव में शामिल 1.5 करोड़ रुपए तक की लागत वाली मशीनरी की पूंजीगत लागत पर 65% की दर पर वित्तीय सहायता प्रदान की जाती है। परियोजना के प्राथमिक प्रमोटर के रूप में उद्योग को परियोजना लागत का 25% अंशदान करना होगा और शेष 10% लाभार्थी या एग्रीगेटर का अंशदान होगा। फसल अवशेष प्रबंधन मशीन खरीदने के लिए 50% सब्सिडी उन किसानों को जो अकेले खेती करते हैं, 80% सब्सिडी किसान, एफपीओ और 5 पंचायतों की सहकारी समितियों को तथा पिछले 5 सालों में 3,138 करोड़ रुपए से अधिक किसानों को मशीनों पर सब्सिडी और सूचना, शिक्षा और संचार गतिविधियों के लिए जारी किए गए हैं। 8-10 ਮਿੱਤਰਾਂ ਨੇ ਇਕੱਠੇ ਹੋ ਕੇ ਆਪਣਾ ਇੱਕ ਸੈਲਫ ਹੈਲਪ ਗਰੁੱਪ ਬਣਾਇਆ ਹੋਇਆ ਆ, ਜਿਹਦੇ ਵਿੱਚ ਅਸੀਂ ਸਰਕਾਰ ਤੋਂ 80% ਸਬਸਿਡੀ ਤੇ ਮਸ਼ੀਨਰੀ ਹੈ ਜਿਹੜੀ ਉਹ ਲਿੱਤੀ ਹੋਈ ਹੈ। भारतीय कृषि अनुसंधान परिषद भी इस दिशा में पूरी मेहनत और लगन से काम कर रहा है। उनके द्वारा तैयार किया गया पूसा बायो डीकंपोजर एक ऐसा छोटा कैप्सूल है जो फसल अवशेषों को लाभदायक कृषि अपशिष्ट खाद में बदल देता है। आज ये आधुनिक कृषि यंत्रों से किसान पराली को गाठे बना के बेचता है, जिससे उसकी इनकम भी बढ़ी है और प्रदूषण होने से बचा है। सरकार फसल अवशेष प्रबंधन को लेकर पूरी प्रतिबद्धता से काम कर रही है। पिछले 5 सालों में इस योजना के लिए पंजाब को 1426,
हरियाणा को 916, उत्तर प्रदेश को 713 और राष्ट्रीय राजधानी क्षेत्र दिल्ली को 6 करोड़ रुपए से अधिक तथा भारतीय कृषि अनुसंधान परिषद को किसानों के लिए सूचना, शिक्षा एवं प्रदर्शन की दिशा में 75 करोड़ रुपए से अधिक की धनराशि जारी की गई। खास बात ये कि कृषि एवं किसान कल्याण मंत्रालय भारत सरकार ने सिस्टम को और ज्यादा सुचारू रूप से चलाने वाला बनाने के लिए एक मल्टी लैंग्वेज मोबाइल ऐप भी बनाया है, जिसे फार्म्स यानी फार्म मशीनरी सॉल्यूशंस ऐप नाम दिया गया है। वो दिन दूर नहीं जब किसानों के खेत में प्रदूषण को बढ़ावा देने वाला हानिकारक धुआं नहीं होगा, स्वच्छ पर्यावरण और किसानों का आर्थिक विकास होगा। स्वस्थ कृषि, स्वच्छ पर्यावरण और अच्छे स्वास्थ्य के प्रति अपने हर संकल्प को सिद्धि तक पहुंचाने के लिए पूरी प्रतिबद्धता के साथ निरंतर फसल अवशेष प्रबंधन योजना का श्रेष्ठ नेतृत्व कर रहा है कृषि एवं किसान कल्याण मंत्रालय, भारत सरकार।